ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ दैनिक सवेरा टीवी। मैं रजिंदर कौर। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ ਅਤੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਦੇ ਨਾਲ ਵੱਡੇ ਵਾਅਦੇ ਕੀਤੇ ਜਾ ਰਹੇ ਨੇ। ਇਸੇ ਲੜੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਦੀ ਜਨਤਾ ਦੇ ਨਾਲ 13 ਵਾਅਦੇ ਕੀਤੇ ਗਏ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣਨ ਤੇ ਬੀਬੀ ਖੀਵੀ ਯੋਜਨਾ ਦੇ ਤਹਿਤ ਨੀਲਾ ਕਾਰਡ ਧਾਰਕ ਔਰਤਾਂ ਦੇ ਖਾਤੇ ਵਿੱਚ ਹਰ ਮਹੀਨੇ 2000 ਰੁਪਏ ਪਾਏ ਜਾਣਗੇ। ਖੇਤੀ ਲਈ ਡੀਜ਼ਲ 10 ਰੁਪਏ ਸਸਤਾ ਕੀਤਾ ਜਾਵੇਗਾ। 200 ਯੂਨਿਟ ਦੀ ਜਗ੍ਹਾ 400 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। ਸਿਹਤ ਅਤੇ ਸਿੱਖਿਆ ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ। 10 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਸਕੀਮ ਚਲਾਈ ਜਾਵੇਗੀ। ਐਸਸੀ ਵਿਦਿਆਰਥੀਆਂ ਦੇ ਲਈ ਸਕਾਲਰਸ਼ਿਪ ਸਕੀਮ ਦੁਆਰਾ ਚਾਲੂ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ 10 ਲੱਖ ਰੁਪਏ ਤੱਕ ਕਰਜ਼ਾ ਦਿੱਤਾ ਜਾਵੇਗਾ, ਜਿਸ ਦੀ ਗਾਰੰਟੀ ਪੰਜਾਬ ਸਰਕਾਰ ਦੀ ਹੋਵੇਗੀ। ਸਬਜ਼ੀਆਂ ਅਤੇ ਫਲਾਂ ਤੇ MSP ਲਾਗੂ ਕੀਤੀ ਜਾਵੇਗੀ। ਪਹਿਲਾ ਕੈਬਨਿਟ ਅਤੇ ਖੇਤੀ ਕਾਨੂੰਨ ਰੱਦ ਕਰਨ ਦਾ ਫੈਸਲਾ ਕੀਤਾ ਜਾਵੇਗਾ। ਸਰਕਾਰ ਵੱਲੋਂ 5 ਲੱਖ ਨੌਕਰੀਆਂ ਅਤੇ ਨਿੱਜੀ ਕੰਪਨੀਆਂ ਵਿੱਚ 10 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਕਾਲਜਾਂ ਵਿੱਚ 33% ਦੀ ਸੀਟਾਂ ਰਾਖਵੀਆਂ ਹੋਣਗੀਆਂ। 11ਵੇਂ ਨੰਬਰ ਤੇ ਉਹਨਾਂ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਵਿੱਚ 50% ਕੋਟਾ ਮਹਿਲਾਵਾਂ ਲਈ ਹੋਵੇਗਾ ਅਤੇ ਪੰਜਾਬ ਦੀ ਇੰਡਸਟਰੀ ਵਿੱਚ 75% ਦੀ ਰਿਜ਼ਰਵੇਸ਼ਨ ਪੰਜਾਬੀਆਂ ਲਈ ਹੋਵੇਗੀ। ਛੋਟੇ ਅਤੇ ਮੱਧਮ ਉਦਯੋਗ ਨੂੰ 5 ਰੁਪਏ ਪ੍ਰਤੀ ਯੂਨਿਟ ਮਹੀਨੇ ਵਿੱਚ ਵੱਡੇ ਉਦਯੋਗਾਂ ਨੂੰ ਸੋਲਰ ਪਲਾਂਟ ਨਾਲ ਜੋੜਿਆ ਜਾਵੇਗਾ। 13 ਚੀਜ਼ਾਂ ਚੁਣੀਆਂ ਅੱਜ 13 ਚੀਜ਼ਾਂ ਸ਼ੁਰੂਆਤ ਕਰਨ ਲੱਗੇ ਆ ਤੇ ਤੁਸੀਂ ਸਾਡਾ ਦੇਖ ਲਓ, ਜੋ ਕਿਹਾ ਸੀ ਪਿਛਲੀ ਵਾਰ ਵੀ ਕਿਹਾ ਸੀ, ਉਦੋਂ ਪਿਛਲੀ ਵਾਰ ਵੀ ਕਿਹਾ ਸੀ, ਅਸੀਂ ਪੂਰੇ ਕੀਤੇ ਦੀ। ਆ ਜਿਹੜੀਆਂ 13 ਚੀਜ਼ਾਂ ਜਿਹੜੀਆਂ ਸ਼ੁਰੂਆਤ ਕਰ ਰਹੇ ਆ ਅੱਜ, ਕਿ ਪ੍ਰਮਾਤਮਾ ਕੇਅਰ ਕਰਨ ਮਿਹਰ ਕਰੇ, ਪਰ ਪੰਜਾਬੀਆਂ ਦਾ ਸਿਰ ਤੇ ਹੱਥ ਹੋਏ। ਜਿਹੜੀ ਸਾਡੀ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ BSP ਦੀ ਹੋਊਗੀ, ਉਹ ਪੰਜਾਬੀਆਂ ਦੀ ਹੋਊਗੀ। ਜਿਹੜੀ ਗਰੀਬ ਕਿਸਾਨ ਮਜ਼ਦੂਰ ਸ਼ਹਿਰੀ ਤੇ ਪਿੰਡੂਆਂ ਦੀ ਦੁੱਖ ਤਕਲੀਫ ਦੂਰ ਕਰਨ ਵਾਲੀ ਹੋਊਗੀ। ਜਨਤਾ ਦੀ ਸਰਕਾਰ ਹੋਊਗਾ, ਜਨਤਾ 'ਚ ਰਹਿਣ ਵਾਲੀ ਸਰਕਾਰ ਹੋਊਗੀ। ਐ ਫਾਰਮ ਹਾਊਸਾਂ 'ਚ ਰਹਿਣ ਵਾਲੀ ਸਰਕਾਰ ਨਹੀਂ ਹੋਊਗੀ। ਝੂਠ ਤੇ ਲਾਰੇ ਲਾਉਣ ਵਾਲੀ ਸਰਕਾਰ ਨਹੀਂ ਹੋਊਗੀ। ਸੋ ਜਿਹੜੀ ਪਹਿਲੀ ਮੈਂ ਅਨਾਉਂਸਮੈਂਟ ਕਰਨਾ ਚਾਹਣਾ ਕਿ ਅਸੀਂ ਜਿਹੜੇ ਤੁਸੀਂ ਸਾਰੇ ਜਾਣਦੇ ਹੋ, ਪੰਜਾਬ ਵਿੱਚ ਅਸੀਂ ਜਦੋਂ ਪਿੰਡਾਂ 'ਚ ਮੈਂ ਗਿਆ, ਪਿਛਲੀ ਵਾਰ ਯਾਦ ਮੈਂ ਕੀਤਾ ਜੋ ਗਰੀਬ ਕੋਲੋਂ ਗਿਆ ਸੀ, ਜਿਹੜੀ ਗਰੀਬ ਜਨਤਾ ਹੈ ਉਹਨਾਂ ਨੂੰ ਕਿਤੇ ਕਿਤੇ ਰੋਟੀ ਖਾਣ ਵਾਸਤੇ ਸਮੱਸਿਆ ਆ ਜਾਂਦੀ ਸੀ। ਅਸੀਂ ਉਦੋਂ ਨੀਲਾ ਕਾਰਡ ਸਕੀਮ ਸ਼ੁਰੂ ਕੀਤੀ, ਜਿਹਦੇ ਰਾਹੀਂ ਅਸੀਂ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਦਿੰਦੇ ਹੁੰਦੇ ਸੀ। ਉਹ ਸਕੀਮ ਅੱਜ ਤੱਕ ਵੀ ਚੱਲ ਰਹੀ ਹੈ। ਮਾਤਾ ਖੀਵੀ ਜੀ ਰਸੋਈ ਸੇਵਾ ਸਕੀਮ, ਜਿਹਦੇ ਵਿੱਚ ਜਿਹੜੀ ਨੀਲੇ ਕਾਰਡ ਜਿਹੜੇ ਆਪਣੇ ਪਰਿਵਾਰ ਹੈ, ਉਹਨਾਂ ਦੀ ਜਿਹੜੀ ਘਰ ਦੀ ਲੇਡੀ ਹੈ, ਮਾਤਾ ਹੈ, ਉਹਨੂੰ ਹਰ ਮਹੀਨੇ ਦਾ 2000 ਰੁਪਇਆ ਪੰਜਾਬ ਸਰਕਾਰ ਤੋਂ ਉਹਨਾਂ ਦੇ ਖਾਤੇ ਜਾਊਗਾ। ਸਾਲ ਦਾ 24000 ਰੁਪਇਆ ਉਹਨਾਂ ਦੇ ਖਾਤੇ ਦਿੱਤਾ ਜਾਊਗਾ ਕਿ ਉਹ ਆਪਣੇ ਔਖੀ ਘੜੀ 'ਚ ਉਸ ਆਪਣੀ ਚੀਜ਼ ਵਰਤ ਸਕੇ ਤੇ ਉਹਦੇ ਨਾਲ ਆਪਣੇ ਪਰਿਵਾਰ ਦੀ ਕੋਈ ਜੋ ਮੁਸ਼ਕਲ ਹੈ ਉਹ ਹੱਲ ਕਰ ਸਕੇ। ਤੇ ਅਸੀਂ ਫੈਸਲਾ ਕੀਤਾ, ਪਾਰਟੀ ਦੇ ਦੋਨੋਂ ਸ਼੍ਰੋਮਣੀ ਅਕਾਲੀ ਦਲ BSP ਦੀ ਮੀਟਿੰਗ 'ਚ ਫੈਸਲਾ ਕੀਤਾ ਹੈ ਕਿ ਕਿਸਾਨੀ ਨੂੰ ਬਚਾਉਣ ਵਾਸਤੇ ਜਿਹੜਾ ਵੈਟ ਹੈ, ਖੇਤੀ ਵਾਸਤੇ, ਟਰੈਕਟਰ ਵਾਸਤੇ, ਡੀਜ਼ਲ ਵਾਸਤੇ 10 ਰੁਪਏ ਪਰ ਲੀਟਰ ਅਸੀਂ ਸਸਤਾ ਕਰਾਂਗੇ। ਵਾਰ ਅਸੀਂ 200 ਯੂਨਿਟ ਅਸੀਂ SC ਤੇ BC ਨੂੰ ਮੁਫਤ ਦਿੰਦੇ ਹੁੰਦੇ ਸੀ ਤੇ ਅਸੀਂ ਦਿੱਤੇ ਹੈ। ਐਕਟੀ ਅਸੀਂ ਸਾਰੇ ਪੰਜਾਬੀਆਂ ਵਾਸਤੇ, ਜਿਵੇਂ ਮੈਂ ਕਿਹਾ ਸੀ ਅੱਧੇ ਰੇਟ ਕਰੂੰਗਾ, ਮੈਂ ਹੁਣ ਅਨਾਉਂਸ ਕਰ ਰਿਹਾ 400 ਯੂਨਿਟ ਸਾਡੇ ਸਾਰਿਆਂ ਵਾਸਤੇ ਫ੍ਰੀ ਹੋਣਗੇ। ਪਹਿਲੇ 400 ਯੂਨਿਟ। ਮੌਨਸੂਨ ਸੈਸ਼ਨ 'ਚ ਖੇਤੀ ਕਾਨੂੰਨਾਂ ਅਤੇ ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਦਾ ਵਿਰੋਧ ਲਗਾਤਾਰ ਜਾਰੀ ਹੈ ਤੇ ਅੱਜ ਦੂਜੇ ਦਿਨ ਵੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਤੇ ਹੱਲਾ ਬੋਲ ਜਾਰੀ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸੰਸਦ ਦੇ ਬਾਹਰ ਹੱਥ 'ਚ ਕਣਕ ਦੇ ਛਿੱਟੇ ਫੜ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ। ਇਸੇ ਦੌਰਾਨ ਹਰਸਿਮਰਤ ਕੌਰ ਬਾਦਲ ਵੱਲੋਂ ਸੰਸਦ ਭਵਨ 'ਚ ਪਹੁੰਚੀ BJP ਲੀਡਰ ਹਿਮਾ ਮਾਲਿਨੀ ਨੂੰ ਕਣਕ ਦਾ ਛਿੱਟਾ ਫੜਾਇਆ ਗਿਆ। ਇਸ ਮੌਕੇ ਹਰਸਿਮਰਤ ਬਾਦਲ ਨੇ ਕਿਹਾ ਕਿ ਸਰਕਾਰ ਦੀ ਮਰੀ ਹੋਈ ਜ਼ਮੀਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਕਿਹਾ ਕਿ ਬਾਹਰ ਕਿਸਾਨਾਂ ਅਤੇ ਇੱਥੇ ਸਾਡੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਅਸੀਂ कणक लेके आए हाँ, शायद इन्हों अन्नदाता दी याद आ जाए। रोज यहाँ पे खड़े हो रहे थे सरकार को दिखा के उनकी मरी हुई जमीन को जगाने के लिए कि जो अन्नदाता इससे आपका पेट भरता है अपने खून पसीने की मेहनत, आज आप उसके ये
अन्न का अपमान कर रहे हैं, उस अन्नदाता का अपमान कर रहे हैं जो 8 महीने से सड़कों पे बैठे हुआ है। क्यों ये सारा अन्न पूंजीपतियों के हाथ में देके आप किसान को मारना चाह रहे हैं? ये काले कानून आप वापस क्यों नहीं कर सकते? ऐसा क्या है जो आपने इतने कानून वापस किए तो ये वापस क्यों नहीं हो सकते? अपने ही अन्नदाता को आप मार रहे हैं। इस अन्न को देख के शायद आपकी मरी हुई जमीन जाग जाएगी और उस किसान का आप अपमान बंद करेंगे। सांसद जी आइए, साथ में खड़े होइए। किसान तो बैठे हैं, आते जाते सांसदों को सत्ता पक्ष की आपकी गाली दे रहे उनकी हैं। सोई हुई जमीन को जगाने की कोशिश कर रहे हैं। ये अन्नदाता पूंजीपतियों के खजाने भरने के लिए नहीं है, ये किसान के खून पसीने की कमाई, गरीब का मुंह और देश का पेट भरने के लिए है। इस अन्न को देख के, जिस अन्न से आप जिंदा रहते हैं, आपका परिवार जिंदा रहता है, शायद इस अन्न को देख के, क्योंकि इनके धर्म में अन्नम ब्रह्म है कि इसको पूजा जाता है, अन्न को हर धर्म में पूजा जाता है। तो जो अन्न उगाता है वो तभी उसे अन्नदाता कहते हैं। इस अन्न का अपमान, अन्नदाता का अपमान, इससे और शर्मनाक बात क्या हो सकती है? ਦੂਜੇ ਪਾਸੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਵਿਰੋਧੀ ਪਾਰਟੀਆਂ ਦੇ ਨੇਤਾ ਨੇ ਅੱਜ ਸੰਸਦ ਤੱਕ ਸਾਈਕਲ ਚਲਾ ਕੇ ਉੱਥੇ ਪਹੁੰਚੇ ਨੇ। ਵਿਰੋਧੀ ਨੇਤਾਵਾਂ ਦੇ ਨਾਲ ਬ੍ਰੇਕਫਾਸਟ ਤੇ ਚਰਚਾ ਤੋਂ ਬਾਅਦ ਰਾਹੁਲ ਗਾਂਧੀ ਵੀ ਸਾਈਕਲ ਚਲਾ ਸੰਸਦ ਪਹੁੰਚੇ। ਵੱਧ ਰਹੀ ਮਹਿੰਗਾਈ ਨੂੰ ਲੈ ਕੇ ਰਾਹੁਲ ਗਾਂਧੀ ਵੱਲੋਂ ਰੋਸ ਵਿਅਕਤ ਕੀਤਾ ਗਿਆ। ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਰਾਹੁਲ ਗਾਂਧੀ ਵੱਲੋਂ ਆਪਣੇ ਸਾਈਕਲ ਦੇ ਅੱਗੇ ਮਹਿੰਗੇ ਹੋਏ ਰਸੋਈ ਗੈਸ ਦੀ ਇੱਕ ਤਖਤੀ ਰੱਖੀ ਹੋਈ ਹੈ ਤੇ ਮਹਿੰਗੇ ਹੋਏ ਗੈਸ ਸਿਲੰਡਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਨਾਸ਼ਤੇ ਤੇ ਹੋਈ ਇਸ मीटिंग च कुल 17 पार्टियां नूं सद्दा दिता गया सी, पर बसपा ते आम आदमी पार्टी दे नेता इस बैठक च शामिल नहीं होए। इस बैठक नूं लैके मल्लिका अर्जुन खड़गे ने कहा कि संसद च सरकार नूं घेरन दी सांझी रणनीति ते चर्चा दे लई इह बैठक कीती गई सी। जासूसी और कृषि कानून को लेकर संसद में चल रहे गतिरोध के बीच आज कांग्रेस के पूर्व अध्यक्ष राहुल गांधी ने 13 विपक्षी दलों के सांसदों के साथ यहां दिल्ली के कॉन्स्टिट्यूशन क्लब में ब्रेकफास्ट किया। हालांकि राहुल गांधी और कांग्रेस पार्टी की तरफ से 17 विपक्षी दलों को न्योता भेजा गया था, लेकिन बीएसपी और आम आदमी पार्टी का कोई भी नुमाइंदा इस बैठक में नहीं आया। इस ब्रेकफास्ट में वो शामिल नहीं हुए। राहुल गांधी और कांग्रेस पार्टी के तमाम बड़े नेता और सांसद इस ब्रेकफास्ट में मौजूद थे और साथ ही विपक्षी दलों के भी कई सारे बड़े नेता यहां राहुल गांधी के बुलावे पर ब्रेकफास्ट में आए थे। अब प्रत्याशित ये रहा कि ब्रेकफास्ट की मीटिंग खत्म होने के बाद राहुल गांधी यहीं कॉन्स्टिट्यूशन क्लब से बाहर निकले और साइकिल पर सवार होकर पार्लियामेंट की तरफ रवाना हो गए। निश्चित रूप से हाल के दिनों में जिस तरह से पेट्रोल और डीजल की कीमतें बढ़ी हैं और ख़ास तौर से महंगाई, इन्फ्लेशन और जिस तरह से बेरोजगारी बढ़ी है, राहुल गांधी का ये कहना था कि आम आदमी के ऊपर सबसे ज़्यादा मार इस बात की पड़ रही है कि लगातार देश भर में पेट्रोल की कीमत 100 के पार है। दरअसल इस पूरे कवायद जो आज ब्रेकफास्ट की मीटिंग बुलाई गई, उसके पीछे की रणनीति ये थी कि राहुल गांधी को उसके नेतृत्व को एक तरह से साबित करने की, जिसमें वो तमाम विपक्षी दलों को कांग्रेस के इर्द गिर्द लामबंद कर सकते हैं। हाल ही में ममता बनर्जी भी जब आई थी तो उन्होंने भी विपक्षी दलों के नेताओं से मुलाकात की और उसके बाद अब राहुल गांधी ने आज ब्रेकफास्ट पे तमाम विपक्षी दलों को बुलाया है। संसद में जारी गतिरोध, चाहे वो पेगासस के मुद्दे पर हो, चाहे वो कृषि कानून को लेकर हो, वो लगातार जारी है। लोकसभा और राज्यसभा में तमाम विपक्षी पार्टियां एकजुट होकर सरकार पे इस बात का दबाव बना रही हैं कि वो इस पे चर्चा करवाए। पेगासस के मुद्दे पे प्रधानमंत्री की मौजूदगी में चर्चा हो, सरकार अपना पक्ष रखे और साथ ही कृषि कानून को लेकर जिस तरह से लगातार जो किसान हैं वो जंतर मंतर पे बैठे हैं। और हाल ही में राहुल गांधी ने एक ट्रैक्टर मार्च भी निकाला था कृषि कानून के खिलाफ और किसानों के साथ अपनी सॉलिडारिटी दिखाते हुए उन्होंने एक ट्रैक्टर मार्च भी हाल के दिनों में निकाला था। और आज राहुल गांधी साइकिल पर सवार होकर संसद की तरफ रवाना हुए और उनके साथ ही जो कांग्रेस के सांसद हैं वो भी साइकिल पर सवार होकर रवाना हुए।
ਆਮ ਆਦਮੀ ਪਾਰਟੀ ਨੇ ਬਿਜਲੀ ਖਰੀਦ ਸਮਝੌਤਿਆਂ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸ ਨੂੰ ਘੇਰਿਆ ਤੇ ਤਿੱਖੇ ਵਾਰ ਕੀਤੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਹੇਅਰ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਮਹਿੰਗੀ ਬਿਜਲੀ ਲੈਣ ਲਈ ਮਜਬੂਰ ਨੇ, ਜਿਸ ਦੇ ਲਈ ਅਕਾਲੀ ਦਲ ਅਤੇ ਕਾਂਗਰਸ ਬਰਾਬਰ ਦੇ ਜ਼ਿੰਮੇਵਾਰ ਨੇ। ਪਹਿਲਾਂ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਅਤੇ ਕਾਂਗਰਸ ਦੀ ਸਰਕਾਰ ਲੁੱਟ ਰਹੀ ਹੈ। ਉਹਨਾਂ ਕਿਹਾ ਕਿ ਸਾਰੇ ਕਾਨੂੰਨ ਛਿੱਕੇ ਟੰਗ ਕੇ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਗਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਕੈਪਟਨ ਨੇ ਜਨਤਾ ਦੇ ਨਾਲ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ ਅਤੇ ਸਰਕਾਰ ਦੇ 6 ਮਹੀਨੇ ਰਹਿ ਗਏ ਨੇ ਤਾਂ ਕੈਪਟਨ ਨੂੰ ਸਾਰੇ ਮੁੱਦੇ ਯਾਦ ਆ ਗਏ ਨੇ। ਇਸ ਮੌਕੇ ਉਹਨਾਂ ਨਵਜੋਤ ਸਿੰਘ ਸਿੱਧੂ ਤੇ ਵੀ ਤੰਜ ਕੱਸਦਿਆਂ ਕਿਹਾ ਕਿ ਸਿੱਧੂ ਨੂੰ ਕੁਰਸੀ ਮਿਲਣ ਤੇ ਸਾਰੇ ਮੁੱਦੇ ਉਹ ਭੁੱਲ ਗਏ ਨੇ। ਮਹਿੰਗੀ ਬਿਜਲੀ ਲੈਣ ਲਈ, ਬਿਜਲੀ ਖਰੀਦਣ ਲਈ ਜਿਹੜੇ ਪੰਜਾਬ ਦੇ ਲੋਕ ਨੇ ਮਜਬੂਰ ਨੇ। ਸਾਰੇ ਦੇਸ਼ 'ਚ ਕਾਨੂੰਨ ਇੱਕ ਹੈ, ਸਾਰੇ ਦੇਸ਼ 'ਚ ਸੰਵਿਧਾਨ ਇੱਕ ਹੈ, ਪਰ ਜਿਹੜੇ ਸਾਡੇ ਗਵੰਡ ਅਕਾਲੀ ਦਲ ਦੀ ਸਰਕਾਰ ਸੀ ਵੀ ਕਿਸ ਤਰ੍ਹਾਂ ਉਹਨੇ ਸੁਖਬੀਰ ਸਿੰਘ ਬਾਦਲ ਨੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਸਮਝੌਤਾ ਕਰਕੇ ਕਮਿਸ਼ਨ ਲੈ ਕੇ ਜਿਹੜੇ ਸਮਝੌਤੇ ਕੀਤੇ, ਕਿਸ ਤਰ੍ਹਾਂ ਜਿਹੜੇ ਕਾਨੂੰਨਾਂ ਦੀਆਂ ਧੱਜੀਆਂ ਡਾਈਆਂ ਗਈਆਂ, ਕਿਸ ਤਰ੍ਹਾਂ ਦੀਆਂ ਉਹਨਾਂ ਸ਼ਰਤਾਂ ਰੱਖੀਆਂ ਗਈਆਂ ਜਿਹਦੇ ਵਿੱਚ ਪੰਜਾਬ ਦੇ ਪੱਖ ਦੀ, ਲੋਕਾਂ ਦੇ ਪੱਖ ਦੀ ਇੱਕ ਵੀ ਸ਼ਰਤ ਨਹੀਂ ਰੱਖੀ ਗਈ। ਸਾਰੇ ਕਾਨੂੰਨ ਜਿਹੜੇ ਛਿੱਕੇ ਤੇ ਟੰਗ ਕੇ ਨਿੱਜੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹਨਾਂ ਦੇ ਹਿਸਾਬ ਨਾਲ ਜਿਹੜੇ ਆ ਸਮਝੌਤੇ ਕੀਤੇ ਗਏ। 17 ਤੋਂ ਬਾਅਦ ਵੀ ਆਮ ਆਦਮੀ ਪਾਰਟੀ ਹੈ ਜਿਹਨੇ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ, ਜਿਹਨੇ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਜਿਹੜੇ ਪ੍ਰਾਈਵੇਟ ਥਰਮਲ ਹੈ ਹਜ਼ਾਰਾਂ ਕਰੋੜ ਦੀ ਲੁੱਟ ਲੀਡਰਾਂ ਦੇ ਨਾਲ ਮਿਲ ਕੇ, ਸਰਕਾਰਾਂ ਦੇ ਨਾਲ ਮਿਲ ਕੇ, ਪਹਿਲਾਂ ਬਾਦਲਾਂ ਨਾਲ ਮਿਲ ਕੇ ਕਰਦੇ ਰਹੇ ਪੰਜਾਬ ਦੇ ਲੋਕਾਂ ਦੀ, ਤੇ ਪਿਛਲੇ ਸਮੇਂ 'ਚ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸੀਆਂ ਨਾਲ ਮਿਲ ਕੇ ਕਿਸ ਤਰ੍ਹਾਂ ਕਰ ਰਹੇ ਆ। ਹੁਣ ਜਦੋਂ 6 ਮਹੀਨੇ ਦਾ ਸਮਾਂ ਰਹਿ ਗਿਆ, ਜਿਹੜੀ ਸਰਕਾਰ ਗੁੜਕਾ ਸਾਹਿਬ ਦੀਆਂ ਸੌਂਹਾਂ ਗਾ ਕੇ ਆਈ ਸੀ ਕਿ ਜੀ ਘਰ ਘਰ ਨੌਕਰੀ ਦੇਵਾਂਗੇ, ਕੱਚੇ ਮੁਲਾਜ਼ਮ ਪੱਕੇ ਕਰਾਂਗੇ, ਕਰਜ਼ਾ ਮਾਫ ਕਰਾਂਗੇ, 2500 ਰੁਪਇਆ ਬੇਰੁਜ਼ਗਾਰ ਭੱਤਾ ਦੇਵਾਂਗੇ, ਦਲਿਤਾਂ ਨੂੰ ਪਲਾਟ ਦੇਵਾਂਗੇ, ਉਹਨੇ 3 ਪੇਜਾਂ ਦੇ ਉੱਤੇ ਇਹ ਵਾਅਦਾ ਕੀਤਾ ਸੀ ਵੀ ਜਿਹੜੇ ਕਮਿਸ਼ਨ ਸੁਖਬੀਰ ਸਿੰਘ ਬਾਦਲ ਨੇ ਮੋਟੇ ਪੈਸੇ ਲੈ ਕੇ, ਮੋਟਾ ਕਮਿਸ਼ਨ ਲੈ ਕੇ ਜਿਹੜੇ ਸਮਝੌਤੇ ਕੀਤੇ ਆ, ਸਾਡੀ ਸਰਕਾਰ ਬਣਸਾਰ ਉਹ ਜਿਹੜੇ ਸਮਝੌਤੇ ਆ ਰੱਦ ਕਰਾਂਗੇ। ਪਰ ਅੱਜ 4.5 ਸਾਲ ਲੰਘ ਗਏ। ਹੁਣ ਜਦੋਂ ਪਬਲਿਕ ਦਾ ਪ੍ਰੈਸ਼ਰ ਹੈ, ਆਪੋਜੀਸ਼ਨ ਨੇ ਲੋਕਾਂ ਨੂੰ ਜਾਗਰੂਕ ਕਰਤਾ, ਹੁਣ 6 ਮਹੀਨੇ ਰਹਿ ਗਏ। ਹੁਣ ਪੈਨਸ਼ਨ ਵੀ ਵਧਾਉਣੀ ਯਾਦ ਆ ਗਈ, ਹੁਣ ਸ਼ਗਨ ਸਕੀਮਾਂ ਵੀ ਵਧਾਉਣੀਆਂ ਯਾਦ ਆ ਗਈਆਂ, ਤੇ ਹੁਣ ਲਾਸਟ ਤੇ ਜਾ ਕੇ ਆ ਕੈਪਟਨ ਅਮਰਿੰਦਰ ਸਿੰਘ ਨੇ ਆ 2-3 ਦਿਨ ਪਹਿਲਾਂ ਕਿਹਾ ਵੀ ਇਹਦੇ ਸਮਝੌਤੇ ਆ ਜਿਹੜੇ ਚੈੱਕ ਕਰੋ, ਇਹ ਸਮਝੌਤੇ ਜਿਹੜੇ ਆ ਰੱਦ ਕਿਸ ਤਰ੍ਹਾਂ ਹੋ ਸਕਦੇ ਆ। ਨਵਜੋਤ ਸਿੰਘ ਸਿੱਧੂ ਵੀ ਪ੍ਰਧਾਨ ਬਣਨ ਤੋਂ ਪਹਿਲਾਂ ਇਹ ਲਗਾਤਾਰ ਇਹ ਮੁੱਦਾ ਉਠਾਉਂਦੇ ਰਹੇ, ਹੋਰ ਵੀ ਬੜੇ ਪੰਜਾਬ ਦੇ ਮੁੱਦੇ ਉਠਾਉਂਦੇ ਰਹੇ, ਹਾਲਾਂਕਿ ਉਹਨੂੰ ਮੂੰਹ ਤੇ ਉਂਗਲ ਰੱਖ ਲੈਂਦੇ ਆ ਵੀ ਬੋਲਣਾ ਕੁਛ ਨਹੀਂ। ਸੋ ਹੁਣ ਆ ਕੈਪਟਨ ਸਾਹਿਬ ਨੇ ਦੇਸ਼ ਦਿੱਤਾ ਸੀ ਵੀ ਜੀ 4.5 ਸਾਲ ਬਾਅਦ ਜਾਗੇ, ਕਿਉਂਕਿ ਚੋਣਾਂ ਨੇੜੇ ਆ, ਪਤਾ ਵੀ ਲੋਕਾਂ ਨੇ ਪਿੰਡਾਂ 'ਚ ਵੜਨ ਨਹੀਂ ਦੇਣਾ, ਲੋਕਾਂ ਨੇ ਉਹ ਮੈਨੀਫੈਸਟੋ ਦੇ 3 ਪੇਜ ਦਿਖਾਉਣੇ ਆ ਵੀ ਕਾਂਗਰਸ ਦੇ ਜਿਹੜੇ ਲੋਕ ਜਾਣਗੇ ਵੀ ਭਾਈ ਆ 3 ਪੇਜਾਂ ਤੇ ਸਮਝੌਤਾ ਤੁਸੀਂ ਪ੍ਰੋਮਿਸ ਕੀਤਾ ਸੀ ਵੀ ਰੱਦ ਕਰਾਂਗੇ, ਨਾ ਦੱਸੋ ਕੀ ਕੀਤਾ। ਪਿਛਲੇ ਲੰਬੇ ਸਮੇਂ ਤੋਂ ਬੇਰੁਜ਼ਗਾਰ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਅਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਘਰ ਅੱਗੇ ਧਰਨਾ ਲਗਾਇਆ ਹੋਇਆ ਹੈ। ਇਸੇ ਮੰਗ ਨੂੰ ਲੈ ਕੇ ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਅੱਜ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਸੁਰੇਸ਼ ਕੁਮਾਰ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਸਾਂਝਾ ਮੋਰਚਾ ਦੇ ਆਗੂਆਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਬੇਸਿੱਟਾ ਰਹੀ ਅਤੇ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ। ਉਹਨਾਂ ਇਹ ਵੀ ਕਿਹਾ ਕਿ ਖਜ਼ਾਨਾ ਖਾਲੀ ਕਹਿ ਕੇ ਸਿੱਖਿਆ ਮੰਤਰੀ ਵੱਲੋਂ ਪੱਲਾ ਝਾੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਉਹਨਾਂ ਨੂੰ ਬਹੁਤ ਉਮੀਦਾਂ ਸਨ, ਪਰ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਦੇ ਕੋਲ ਨੌਕਰੀਆਂ ਨਹੀਂ ਨੇ ਤਾਂ ਬੇਰੁਜ਼ਗਾਰ ਕਿੱਥੇ ਜਾਣ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਜ਼ਿਆਦਾ ਤਿੱਖਾ ਕਰ ਦੇਣਗੇ। ਔਰ ਬੜੀ ਉਮੀਦ ਨਾਲ ਅਸੀਂ ਸਵੇਰੇ ਚੱਲੇ ਸੀਗੇ ਵੀ ਮੀਟਿੰਗ ਹੋਣੀ ਆ, ਸੁਰੇਸ਼ ਕੁਮਾਰ ਜੀ ਬੈਠਣਗੇ, ਕੋਈ ਹੱਲ ਹੋਊਗਾ, ਪਰ ਬਹੁਤ ਹੀ ਨਿਰਾਸ਼ਾ ਪੱਲੇ ਪਈ ਆ ਸਾਨੂੰ ਅੱਜ, ਕਿਉਂਕਿ ਸਾਨੂੰ ਨਵੀਂ ਭਰਤੀ ਇਹਨਾਂ ਨੇ ਕਹਿੰਦੇ ਸੀ ਵੀ ਅਸੀਂ ਕਰਾਂਗੇ, ਘਰ ਘਰ ਨੌਕਰੀ ਵਾਲਾ ਜੋ ਵੀ ਇਹਨਾਂ ਨੇ ਕਿਹਾ ਸੀ, ਸਰ ਸਾਨੂੰ ਅੱਜ ਇਹ ਕਹਿ ਕੇ ਉੱਥੋਂ ਕੱਢਤਾ, ਕਹਿੰਦੇ ਵੀ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ, ਕੋਈ ਅਸੀਂ ਨਵੀਂ ਵੈਕੈਂਸੀ ਕ੍ਰੀਏਟ ਨਹੀਂ ਕਰ ਸਕਦੇ ਹੈਗੇ, ਤੁਸੀਂ ਜਾਓ। ਬਿਲਕੁਲ ਮਤਲਬ ਕਿ ਕੋਰਾ ਚਿੱਟਾ ਜਵਾਬ ਆ ਜਿਹੜਾ ਸਾਨੂੰ ਅੱਜ ਦਿੱਤਾ ਹੈਗਾ। ਤੇ ਇਸ ਤੋਂ ਤਾਂ ਅਸੀਂ ਇਹੀ ਕਹਿ ਸਕਦੇ ਵੀ ਪੰਜਾਬ ਸਰਕਾਰ ਜਿਹੜਾ ਆਪਦਾ ਵਾਅਦਾ ਕੀਤਾ ਸੀ ਉਹ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਆ। ਪਤਾ ਨਹੀਂ ਹੁਣ ਕਿਹੜੇ ਮੂੰਹ ਨਾਲ ਲੋਕਾਂ ਦੇ ਵਿੱਚ ਕਹਿ ਰਹੇ ਨੇ ਵੀ ਅਸੀਂ ਘਰ ਘਰ ਨੌਕਰੀ ਦਾ ਵਾਅਦਾ, ਜਾਂ ਅਸੀਂ 4 ਮਹੀਨਿਆਂ 'ਚ ਅਸੀਂ ਕੰਮ ਕਰ ਦਾਂਗੇ, 3 ਮਹੀਨਿਆਂ 'ਚ ਅਸੀਂ ਐਂ ਕਰ ਦਾਂਗੇ, ਉਹ ਕਰ ਦਾਂਗੇ। ਡਰਾਮਾ ਵੀ ਪਿੱਛੇ ਜੇ ਕੀਤਾ ਇਹਨਾਂ ਨੇ ਨਵਜੋਤ ਸਿੱਧੂ ਵਾਲਾ ਵੀ ਸਿੱਧੂ ਕੰਮ ਕਰਵਾਊਗਾ, ਹੁਣ ਫਲਾਨਾ ਹੋਊਗਾ, ਪਰ ਇਹੋ ਜਿਹੀ ਕੋਈ ਗੱਲਬਾਤ ਨਹੀਂ ਸੀ। ਕੋਰਾ ਚਿੱਟਾ ਜਵਾਬ ਦਿੱਤਾ ਵੀ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਭਰਤੀ ਕਰਨ ਨੂੰ, ਨਾ ਅਸੀਂ ਕੋਈ ਨਵੀਂ ਵੈਕੈਂਸੀ ਕ੍ਰੀਏਟ ਕਰਨੀ ਆ,
ਤੁਸੀਂ ਜਾਓ, ਮਤਲਬ ਕਿ ਛੇਤੀ ਕਾਹਲੀ ਹੋ ਰਹੀ ਸੀ ਵੀ ਤੁਸੀਂ ਨਿਕਲੋ ਇੱਥੋਂ, ਜਿਹੜਾ ਅਸੀਂ ਮੀਟਿੰਗ ਕਰਨ ਬੈਠੇ ਆ, ਜਾਓ ਤੁਸੀਂ ਬਸ। ਤੇ ਅੱਜ ਮੀਟਿੰਗ ਤੇ ਤੁਹਾਨੂੰ ਵੈਸੇ ਕੁਝ ਉਮੀਦਾਂ ਸੀਗੇ ਕਿ ਕੁਝ ਸਾਨੂੰ ਸਰ ਬਹੁਤ ਉਮੀਦਾਂ ਸੀਗੀਆਂ। ਅਸੀਂ ਪਿੱਛੇ ਮੋਤੀ ਮਹਿਲ ਦਾ ਪ੍ਰੋਟੈਸਟ ਕੀਤਾ ਸੀਗਾ, ਅਨੇਕਾਂ ਵਾਰ ਕਰ ਚੁੱਕੇ ਹਾਂ ਅਸੀਂ ਪ੍ਰੋਟੈਸਟ, ਬਹੁਤ ਜਾਣਿਆਂ ਨਾਲ ਸਾਡੀਆਂ ਮੀਟਿੰਗਾਂ, ਪ੍ਰੀਤ ਕੌਰ ਨਾਲ ਵੀ ਸਾਡੀਆਂ ਮੀਟਿੰਗਾਂ ਹੋਈਆਂ ਨੇਗੀਆਂ, ਸੁਰੇਸ਼ ਕੁਮਾਰ ਜੀ ਨਾਲ ਤਾਂ ਕੋਈ ਗਿਣਤੀ ਵੀ ਨਹੀਂ ਵੀ ਕਿੰਨੀ ਵਾਰੀ ਹੋਈ ਆ। ਹਰ ਵਾਰ ਅਸੀਂ ਉਮੀਦ ਨਾਲ ਆਉਂਦੇ ਆ, ਪਰ ਹਰ ਵਾਰੀ ਸਾਡੀਆਂ ਉਮੀਦਾਂ ਨੇ ਜਿਹੜੀਆਂ ਇੱਥੋਂ ਟੁੱਟਦੀਆਂ ਨੇਗੀਆਂ ਬੁਰੀ ਤਰ੍ਹਾਂ। ਕਿੰਨੀ ਜਥੇਬੰਦੀਆਂ ਦੀ ਅੱਜ ਮੀਟਿੰਗ ਸੀਗੀ? ਅਸੀਂ ਜੀ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ, ਜਿਹਦੇ ਵਿੱਚ ਅਸੀਂ 5 ਜਥੇਬੰਦੀਆਂ ਨੇ ਸ਼ਮੂਲੀਅਤ ਕਰਕੇ ਸਿੱਖਿਆ ਮੰਤਰੀ ਦੇ ਘਰ ਦੇ ਮੂਹਰੇ 7.5 ਮਹੀਨੇ ਹੋ ਗਏ ਲਗਾਤਾਰ ਪੱਕਾ ਧਰਨਾ ਲਾਇਆ ਹੋਇਆ। ਸਮੇਂ-ਸਮੇਂ ਤੇ ਅਸੀਂ ਐਜੀਟੇਸ਼ਨ ਜਿਹੜਾ ਉਹ ਮੋਤੀ ਮਹਿਲ ਦਾ ਘਰਾਓ ਕਰਦੇ ਰਹੇ ਹਾਂ, ਪਟਿਆਲੇ ਦੇ ਵਿੱਚ ਵੀ ਕਰਦੇ ਰਹੇ ਹਾਂ, ਤੇ ਸਾਨੂੰ ਮੀਟਿੰਗਾਂ ਜਿਹੜੀਆਂ ਉਹ ਜਦੋਂ ਵੀ ਮਿਲਦੀਆਂ ਨੇ ਉਦੋਂ ਡਾਂਗਾਂ ਖਾ ਕੇ, ਪੱਗਾਂ ਲਹਾ ਕੇ, ਚੁੰਨੀਆਂ ਲਹਾ ਕੇ ਧੀਆਂ ਭੈਣਾਂ ਦੀਆਂ ਉਦੋਂ ਮਿਲਦੀਆਂ ਨੇ, ਤੇ ਅਸੀਂ ਬੜੀ ਹੋਪ ਦੇ ਨਾਲ ਇੱਥੇ ਆਉਂਦੇ ਹਾਂ। ਘੱਟੋ ਘੱਟ 5 ਤੋਂ 10,000 ਰੁਪਈਆ ਖਰਚਾ ਕਰਕੇ ਅਸੀਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਲਈ ਆਉਂਦੇ ਹਾਂ, ਜਿਹਦੇ ਵਿੱਚ ਅਸੀਂ ਬੇਰੁਜ਼ਗਾਰ ਬੀਐਡ ਟੈਟ ਪਾਸ ਅਧਿਆਪਕ ਯੂਨੀਅਨ 873 ਆਲ ਪੰਜਾਬ, ਡੀਪੀਈ ਯੂਨੀਅਨ 646, ਪੀਟੀਆਈ ਅਧਿਆਪਕ ਯੂਨੀਅਨ, ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ ਅਤੇ 5ਵੀਂ ਜਥੇਬੰਦੀ ਸਾਡੀ ਹੈਲਥ ਨਾਲ ਜੁੜੀ ਹੋਈ ਹੈ, ਮਲਟੀਪਰਪਜ਼ ਹੈਲਥ ਵਰਕਰ। ਰੁਜ਼ਗਾਰਾਂ ਲਈ ਰੁਜ਼ਗਾਰ ਮੁਹੱਈਆ ਨਹੀਂ ਕਰਵਾਉਣਗੀਆਂ ਤਾਂ ਬੇਰੁਜ਼ਗਾਰ ਆਖਿਰ ਜਾਣਗੇ ਕਿੱਥੇ। ਅਸੀਂ ਰੁਜ਼ਗਾਰ ਦੀ ਮੰਗ ਲੈ ਕੇ 7.5 ਮਹੀਨੇ ਤੋਂ ਸ਼ਾਂਤੀਪੂਰਵਕ ਢੰਗ ਦੇ ਨਾਲ ਆਪਣਾ ਸੰਘਰਸ਼ ਕਰ ਰਹੇ ਹਾਂ। ਧਰਾਤਲ ਤੇ ਅਸੀਂ ਧਰਨਾ ਲਾ ਕੇ ਆਪਣੀ ਡਿਮਾਂਡ ਕਰ ਰਹੇ ਹਾਂ ਮੰਗਾਂ ਦੀ, ਪਰ ਹੁਣ ਇਹ ਸਰਕਾਰਾਂ ਚਾਹੁੰਦੀਆਂ ਨੇ ਵੀ ਜੇਕਰ ਅਸੀਂ ਟਾਵਰਾਂ ਦਾ ਸਹਾਰਾ ਲਈਏ, ਅਸੀਂ ਟੈਂਕੀਆਂ ਦਾ ਸਹਾਰਾ ਲਈਏ, ਅਸੀਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਅਸੀਂ ਫੇਰ ਸੰਘਰਸ਼ ਕਰੀਏ ਵੀ ਫੇਰ ਨੌਕਰੀ ਦੇਵਾਂਗੇ, ਫਿਰ ਮਜਬੂਰਨ ਸਾਨੂੰ ਉਸ ਤਰ੍ਹਾਂ ਦਾ ਰਸਤਾ ਅਖਤਿਆਰ ਕਰਨਾ ਪਊਗਾ। ਪਰ ਅਸੀਂ ਸਰਕਾਰ ਨੂੰ ਹਜੇ ਸ਼ਾਂਤਮਈ ਢੰਗ ਦੇ ਨਾਲ ਚੇਤਾਵਨੀ ਵੀ ਦੇ ਰਹੇ ਹਾਂ ਵੀ ਆਉਣ ਵਾਲਾ ਸਮਾਂ ਹੈ ਜਿਹੜਾ ਤੁਸੀਂ ਲੋਕਾਂ ਦੇ ਵਿੱਚ ਵਿਚਰਨਾ। ਅਸੀਂ ਹਰ ਇੱਕ ਪਿੰਡ ਦੇ ਵਿੱਚ, ਹਰ ਇੱਕ ਸ਼ਹਿਰ ਦੇ ਵਿੱਚ ਇੱਕ ਐਸੀ ਲਹਿਰ ਚਲਾਉਣ ਜਾ ਰਹੇ ਹਾਂ। ਸਰਕਾਰ ਦੇ ਜਿਹੜੇ ਇਹ ਕਾਰਨਾਮੇ ਨੇ ਇਹ ਹਰ ਇੱਕ ਨੂੰ ਜ਼ਾਹਿਰ ਕਰਾਂਗੇ। ਬੇਰੁਜ਼ਗਾਰਾਂ ਨੂੰ ਧੱਕੇ ਨੇ, ਕੋਈ ਕਿਸੇ ਨੂੰ ਇਹਨਾਂ ਨੇ ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ, ਕੋਈ ਕਿਸੇ ਨੂੰ ਰੁਜ਼ਗਾਰ ਨਹੀਂ ਦਿੱਤਾ, ਕਿਸੇ ਨੂੰ ਕੋਈ ਪੈਨਸ਼ਨ ਨਹੀਂ ਦਿੱਤੀ। ਤੁਹਾਡੇ ਸਾਹਮਣੇ ਬੈਠੇ ਹਾਂ, ਜੇਕਰ ਇਹ ਕਹਿੰਦੇ ਨੇ ਵੀ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਰੁਜ਼ਗਾਰ ਦਿੱਤਾ ਹੈ, ਆਹ ਬੇਰੁਜ਼ਗਾਰ ਕੌਣ ਨੇ ਜਿਹੜੇ ਅੱਜ ਰੁਜ਼ਗਾਰ ਦੀ ਮੰਗ ਕਰ ਰਹੇ ਨੇ ਜੀ। ਪਠਾਨਕੋਟ 'ਚ ਅੱਜ ਸੈਨਾ ਦਾ ਇੱਕ ਹੈਲੀਕਾਪਟਰ ਕ੍ਰੈਸ਼ ਹੋ ਕੇ ਰਣਜੀਤ ਸਾਗਰ ਡੈਮ 'ਚ ਡਿੱਗ ਗਿਆ। ਇਸ ਹਾਦਸੇ ਦੇ ਸਮੇਂ ਹੈਲੀਕਾਪਟਰ ਘੱਟ ਉਡਾਣ ਤੇ ਸੀ ਅਤੇ ਪਾਣੀ ਵਿੱਚ ਜਾ ਡਿੱਗਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹੈਲੀਕਾਪਟਰ ਵਿੱਚ ਪਾਇਲਟ ਅਤੇ ਸਹਿ ਪਾਇਲਟ ਸਮੇਤ 3 ਲੋਕ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਨੇ। ਬਚਾਅ ਕਾਰਜ ਜਾਰੀ ਹੈ ਤੇ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਨੇ ਵੀ ਆਪਰੇਸ਼ਨ ਵਿੱਚ ਹਿੱਸਾ ਲੈਣ ਲਈ ਇੱਕ ਟੀਮ ਤਾਇਨਾਤ ਕੀਤੀ ਹੈ। ਪੁਲਿਸ ਅਤੇ ਫੌਜ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ ਤੇ ਜਾਂਚ ਕੀਤੀ ਜਾ ਰਹੀ ਹੈ। ਪਠਾਨਕੋਟ ਦੇ ਸੀਨੀਅਰ ਪੁਲਿਸ ਕਪਤਾਨ ਸੁਰਿੰਦਰ ਲਾਂਬਾ ਨੇ ਫੌਜ ਦੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਕੀਤੀ। ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ। ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਤੇ ਜਾਂਦੇ ਜਾਂਦੇ ਇੱਕ ਨਜ਼ਰ ਪਾ ਲੈਣੇ ਅੱਜ ਦੀਆਂ ਕੁਝ ਖਾਸ ਖਬਰਾਂ ਤੇ। ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਵੱਡਾ ਐਲਾਨ। ਪੰਜਾਬ ਦੇ ਲੋਕਾਂ ਨੂੰ ਦਿੱਤੇ ਵੱਡੇ ਤੋਹਫੇ। ਸਰਕਾਰੀ ਨੌਕਰੀਆਂ ਵਿੱਚ 50% ਕੋਟਾ ਮਹਿਲਾਵਾਂ ਦਾ। ਹਰਸਿਮਰਤ ਬਾਦਲ ਵੱਲੋਂ ਸੰਸਦ ਦੇ ਬਾਹਰ ਹੱਥ 'ਚ ਕਣਕ ਦੇ ਛਿੱਟੇ ਫੜ ਕੇ ਖੇਤੀ ਕਾਨੂੰਨਾਂ ਦਾ ਕੀਤਾ ਵਿਰੋਧ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ ਸੰਸਦ ਤੱਕ ਸਾਈਕਲ ਚਲਾ ਪਹੁੰਚੇ ਰਾਹੁਲ ਗਾਂਧੀ। ਸੰਸਦ 'ਚ ਸਰਕਾਰ ਨੂੰ ਘੇਰਨ ਦੀ ਸਾਂਝੀ ਰਣਨੀਤੀ ਤੇ ਚਰਚਾ ਲਈ 17 ਪਾਰਟੀਆਂ ਨੂੰ ਦਿੱਤਾ ਸੀ ਸੱਦਾ। ਪਠਾਨਕੋਟ 'ਚ ਸੈਨਾ ਦਾ ਇੱਕ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ। ਰਣਜੀਤ ਸਾਗਰ ਡੈਮ 'ਚ ਡਿੱਗਿਆ ਹੈਲੀਕਾਪਟਰ। ਘਟਨਾ 'ਚ ਜਾਨੀ ਨੁਕਸਾਨ ਤੋਂ ਰਿਹਾ ਬਚਾਅ।